तुद बिन रोग रजाइयां दा ओडन। मगर इन 1970s ट्रेजेडीज बहुत सी जी सिखों के खिलाफ की सारे की ब्राउन स्किन देख लेते। मैं असली एक्चुअली दिल्ली तो है जी। वी ओरिजिनली केम फ्रॉम पाकिस्तान। माँ तू ही है रब के जैसी। सो 72 ਦੇ ਵਿੱਚ ਅਸੀਂ ਬਿਜ਼ਨਸ ਸਟਾਰਟ ਕੀਤਾ ਹੋਲਸੇਲ ਦਾ जी ਤੇ ਇਹ ਅਸੀਂ ਹੌਲੀ ਹੌਲੀ ਕਰਕੇ ਬੜੀ ਛੋਟੀ ਟਰਨਓਵਰ ਤੋਂ ਇਟ ਕੇਮ ਅਪ। ਸਾਡਾ ਮੇਨ ਜਿਹੜਾ ਏਮ ਸੀ ਨਾ जी ਉਹ ਇਹ ਸੀ ਕਿ ਵੀ ਵਾਂਟ ਟੂ ਗਿਵ ਪੀਪਲ ਕੁਆਲਿਟੀ ਵਿਚ ਇਜ਼ ਨਾਟ ਅਵੇਲੇਬਲ ਐਨੀਵੇਅਰ। ਸਾਡਾ ਮੇਨ ਟਾਰਗੇਟ ਕਦੀ ਵੀ ਮਨੀ ਨਹੀਂ ਰਿਹਾ। ਸਾਡਾ ਟਾਰਗੇਟ ਪਹਿਲੇ ਵੀ ਪਬਲਿਕ ਨੂੰ ਅਸੀਂ ਸਭ ਤੋਂ ਪਿਓਰ ਐਂਡ ਬੈਸਟ ਚੀਜ਼ ਹੈ। We became one of the highest earning company in the country. कर्मण्यवाधिका रस्ते माँ फलेश कदाचन माँ कर्म फल हेतु माते संगोस विकर्मणि। ये इनका मतलब के भी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਬਰਮਿੰਗਮ ਦੇ ਇੱਕ ਬਹੁਤ ਹੀ ਬੇਮਿਸਾਲ ਇਨਸਾਨ ਦੇ ਨਾਲ ਮੁਲਾਕਾਤ ਕਰਾਉਣ ਵਾਸਤੇ। ਇਹਨਾਂ ਦੀ ਜਿੰਨੀ ਵੀ ਤਾਰੀਫ ਕਰੀਏ ਉਨੀ ਘੱਟ ਹੈਗੀ। ਜਦੋਂ ਤੁਸੀਂ ਇਹਨਾਂ ਦੀ ਗੱਲਾਂ ਸੁਣੋਗੇ ਆਪਣੇ ਆਪ ਹੀ ਤੁਸੀਂ ਜਾਣ ਜਾਓਗੇ। ਦਿੱਲੀ ਤੋਂ ਆ ਕੇ ਇੰਗਲੈਂਡ ਦੀ ਧਰਤੀ ਤੇ ਵਸੇ, ਕਿਵੇਂ ਇਹਨਾਂ ਨੇ ਇੱਥੇ ਆਪਣੀ ਸਟੱਡੀ ਕੀਤੀ, ਕਿਵੇਂ ਬਿਜ਼ਨਸ ਨੂੰ ਸੰਭਾਲਿਆ ਤੇ ਕਿਵੇਂ ਇੱਥੇ ਇਹਨਾਂ ਨੇ ਇੰਨਾ ਵੱਡਾ ਬਿਜ਼ਨਸ ਆਪਣਾ ਐਸਟੈਬਲਿਸ਼ ਕੀਤਾ ਹੈ। ਬਹੁਤ ਹੀ ਵਧੀਆ ਇਨਸਾਨ ਨੇ ਜਿੱਥੇ ਬਿਜ਼ਨਸ ਐਸਟੈਬਲਿਸ਼ ਕੀਤਾ। ਇਹਨਾਂ ਦੇ ਹੱਥ ਕਾਫੀ ਵਰਕਰ ਕੰਮ ਕਰਦੇ ਨੇ। ਤੇ ਜੇ ਗੱਲ ਕਰਾਂ ਇਹਨਾਂ ਦੇ ਦਿਲ ਦੀ, ਇਹਨਾਂ ਦਾ ਦਿਲ ਵੀ ਬਹੁਤ ਵੱਡਾ ਵਿਸ਼ਾਲ ਹੈ। ਬਹੁਤ ਵਧੀਆ ਦਿਲ ਦੇ ਮਾਲਕ ਨੇ। ਹੁਨਰ ਵੀ ਇਹਨਾਂ ਦੇ ਅੰਦਰ ਕਾਫੀ ਹੈਗੇ ਨੇ। ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ। ਇੰਸਟੈਂਟ ਹੋਲਸੇਲਰ ਸਰਦਾਰ ਜਸਬੀਰ ਸਿੰਘ ਵੂਰਾ ਜੀ। ਆਪਾਂ ਇਹਨਾਂ ਨੂੰ ਪੰਜਾਬੀ ਵਿਰਾਸਤ USA ਚੈਨਲ ਦੇ ਉੱਪਰ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ, ਜੀ ਆਇਆਂ ਆਖਦੇ ਹਾਂ ਅਤੇ ਇਹਨਾਂ ਦੇ ਨਾਲ ਫਤਿਹ ਬੁਲਾਉਂਦੇ ਹਾਂ। ਤੇ ਬਾਕੀ ਦੀਆਂ ਗੱਲਾਂ ਆਪਾਂ ਇਹਨਾਂ ਦੇ ਨਾਲ ਇਹਨਾਂ ਦੇ ਮੁੱਖ ਸੁਣਾਂਗੇ ਕਿ ਇਹਨਾਂ ਕੀ ਇੱਥੇ ਹੋਰ ਕਰਦੇ ਨੇ, ਕਿਹੜੀਆਂ ਸੇਵਾਵਾਂ ਨਾਲ ਨਿਭਾਉਂਦੇ ਨੇ ਤੇ ਇੱਥੇ ਇਹਨਾਂ ਦਾ ਕਿਹੋ ਜਿਹਾ ਇੱਕ ਰੁਤਬਾ ਹੈਗਾ। ਹਰ ਇੱਕ ਦੀ ਆਪਣੀ ਮਾਣ ਸ਼ਾਨ ਹੁੰਦੀ ਹੈ। ਸੋ ਇਹਨਾਂ ਦੀ ਵੀ ਹੈਗੀ ਹੈ। ਆਓ ਸਭ ਤੋਂ ਪਹਿਲਾਂ ਜਸਬੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਹੈ? ਠੀਕ ਹੋ ਭਾਈ ਸਾਹਿਬ ਬਸ ਜੀ? ਜੀ ਠੀਕ ਹੈ। ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ, ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਇੰਨਾ ਕੀਮਤੀ ਆਪਣੇ ਬਿਜ਼ੀ ਰੁਝੇਵਿਆਂ ਵਿੱਚੋਂ ਆਪਣਾ ਕੀਮਤੀ ਸਮਾਂ ਕੱਢਿਆ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਸੋ ਮੈਂ ਤੁਸੀਂ ਕਿਰਪਾ ਕਰਕੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਪਿਛੋਕੜ ਕਿੱਥੋਂ ਆਏ ਹੋ ਤੇ ਇੰਗਲੈਂਡ ਦੀ ਧਰਤੀ ਦੇ ਉੱਪਰ ਤੁਹਾਨੂੰ ਕਿੰਨਾ ਕੁ ਸਮਾਂ ਹੋਇਆ? ਮੈਂ ਅਸੀਂ ਐਕਚੁਅਲੀ ਦਿੱਲੀ ਤੋਂ ਹੈਗੇ ਜੀ। ਵੀ ਓਰੀਜਨਲੀ ਕੇਮ ਫਰਮ ਪਾਕਿਸਤਾਨ। ਉਕਾੜਾ ਮੰਡੀ ਤੋਂ ਮੇਰੇ ਦਾਦਾ ਜੀ ਹੈਗੇ ਸੀ, ਪਰ ਸਾਡੀ ਪੈਦਾਇਸ਼ ਬਾਅਦ ਦੀ ਹੈਗੀ। ਠੀਕ ਹੈ। ਸੋ ਮੈਂ ਸਿਰਫ 16 ਸਾਲ ਦਾ ਸੀ ਜਦੋਂ ਮੈਂ ਇੱਥੇ ਆਇਆ ਸੀ। ਆਈ ਕੇਮ ਇਨ 1968 1968 yeah 68 ਵਿੱਚ ਆ ਕੇ ਫਿਰ ਵੀ ਹੈਡ a small shop. ਜੀ। 5 brothers were here by 1972 and in 1972 we started wholesale business. 1972 ਮਤਲਬ 86 ਵਿੱਚ ਤੁਸੀਂ ਇੱਥੇ ਆਏ ਸੀ ਤੇ 72 ਵਿੱਚ 68 68 is okay. 1968 ਹਾਂਜੀ। ਸੋ 72 ਦੇ ਵਿੱਚ ਅਸੀਂ ਬਿਜ਼ਨਸ ਸਟਾਰਟ ਕੀਤਾ ਹੋਲਸੇਲ ਦਾ। ਹੋਲਸੇਲ ਜੀ। ਤੇ ਇਹ ਅਸੀਂ ਹੌਲੀ ਹੌਲੀ ਕਰਕੇ ਬੜੀ ਛੋਟੀ ਟਰਨਓਵਰ ਤੋਂ ਇਟ ਕੇਮ ਅਪ। ਮਤਲਬ ਕਿ ਜਿਹੜੇ ਸਮੇਂ 'ਚ ਤੁਸੀਂ ਆਏ ਸੀ ਉਸ ਸਮੇਂ ਵੀ ਉਨੀ ਹੀ ਮਿਹਨਤ ਕਰਨੀ ਪੈਂਦੀ ਸੀ ਕਿ ਇਹਨਾਂ ਬਿਜ਼ਨਸ ਐਸਟੈਬਲਿਸ਼ ਨੂੰ, ਜਾਂ ਆਸਾਨ ਸੀ ਉਸ ਵੇਲੇ? ਨਹੀਂ, ਮਿਹਨਤ ਤਾਂ ਹਮੇਸ਼ਾ ਕਰਨੀ ਪੈਂਦੀ। ਮੈਨੂੰ ਆਲ ਲਾਈਫ ਅਖੀਰੀ ਹੁਣ ਅਸੀਂ 50 ਸਾਲ ਹੋ ਗਏ ਸਾਨੂੰ ਬਿਜ਼ਨਸ ਵਿੱਚ। ਪਰ 50 ਸਾਲ ਵਿੱਚ ਆਈ ਹੈਵ ਨੈਵਰ ਫਾਊਂਡ ਕਿ ਵੀ ਯੂ ਕੈਨ ਰੀਅਲੀ ਰਿਲੈਕਸ। ਬਿਜ਼ਨਸ ਵਿੱਚ ਅਗਰ ਤੁਸੀਂ ਅੱਗੇ ਵਧਣਾ ਜੀ ਤੇ ਯੂ ਹੈਵ ਟੂ ਕੀਪ ਡਿਵੈਲਪਿੰਗ ਨਿਊ ਇਨੋਵੇਸ਼ਨ, ਨਿਊ ਆਈਡੀਆਜ਼ ਐਂਡ ਸੋ ਔਨ। ਸੋ ਫਿਰ ਅਸੀਂ 1980 ਚ ਇਸ ਤਰ੍ਹਾਂ ਈਸਟਰਨ ਬ੍ਰਾਂਡ ਜਿਹੜਾ ਸੀ ਉਹਨੂੰ ਅਸੀਂ ਜ਼ਿਆਦਾ ਸੀਰੀਅਸ ਲੈਣਾ ਸ਼ੁਰੂ ਕੀਤਾ। ਔਰ ਸਾਡੀ ਫਿਲਾਸਫੀ ਕੰਮ ਕਰਨ ਦੀ ਸੀ ਕਿ ਵੀ ਵਾਂਟਡ ਟੂ ਗਿਵ ਪੀਪਲ ਦੀ ਬੈਸਟ ਕੁਆਲਿਟੀ। ਵਧੀਆ ਕੁਆਲਿਟੀ। ਹਾਂ, ਸਾਡਾ ਮੇਨ ਜਿਹੜਾ ਏਮ ਸੀ ਨਾ ਜੀ
ਉਹ ਇਹ ਸੀ ਕਿ we want to give people quality which is not available anywhere. So in other words, if you go on purity, the purity has to go all the way along. ਤੁਸੀਂ ਕੁਆਲਿਟੀ ਨੂੰ ਚੇਂਜ ਨਹੀਂ ਕਰ ਸਕਦੇ। ਇਹ ਸਾਡਾ ਡ੍ਰੀਮ ਸੀਗਾ ਔਰ ਉਹ ਡ੍ਰੀਮ ਦੇ ਵਿੱਚੋਂ ਹੀ ਫਿਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਬ੍ਰਾਂਡ ਬਿਕੇਮ ਵੈਰੀ ਪਾਪੂਲਰ। ਬਿਲਕੁਲ, ਜਦੋਂ ਸੁਪਨੇ ਸੋਹਣੇ ਹੋਣ ਤਾਂ ਫਿਰ ਮੰਜ਼ਲਾਂ ਵੀ ਹਸੀਨ ਹੋ ਜਾਂਦੀਆਂ ਨੇ। ਸੋ ਇੰਨਾ ਚਿਰ ਤੁਸੀਂ ਇੰਗਲੈਂਡ ਵਿੱਚ ਆਪਣਾ ਈਸਟਰਨ ਦਾ ਹੋਲਸੇਲ ਬਿਜ਼ਨਸ ਸਟੈਬਲਿਸ਼ ਕੀਤਾ, ਜਿੱਥੇ ਤੁਹਾਡੇ ਹੱਥ ਤਲੇ ਇਸ ਸਮੇਂ ਮੇਰੇ ਖਿਆਲ 1000 ਤੋਂ ਉੱਪਰ ਬੰਦਾ ਕੰਮ ਕਰਦਾ ਹੋਏਗਾ। ਇੱਥੇ 400 ਆਦਮੀ ਕੰਮ ਕਰਦਾ। ਇੱਥੇ 400 ਤੇ ਤੁਹਾਡੀਆਂ ਹੋਰ ਕੰਪਨੀਆਂ ਵੀ ਪੂਰੇ ਇੰਗਲੈਂਡ ਵਿੱਚ ਹੋਣਗੀਆਂ? ਸਾਡਾ ਯੂਰਪ ਵਿੱਚ ਵੀ ਆਪਰੇਸ਼ਨ ਹੈਗਾ। ਠੀਕ ਹੈ। ਤੇ ਫਿਰ ਈਸਟਰਨ ਫੂਡ ਨੂੰ ਅਸੀਂ 2019 ਦੇ ਵਿੱਚ ਇੱਕ ਆਪਣਾ ਜਿਹੜੀ ਪ੍ਰਾਈਵੇਟ ਐਕੁਇਟੀ ਹੈ ਉਹਨਾਂ ਨੂੰ ਅਸੀਂ ਸੈਲ ਕਰਤਾ ਸੀ ਜੀ। ਫਿਰ ਆਈ ਬੌਟ ਬੈਕ ਬੋਥ ਦੀ ਕੈਸ਼ ਐਂਡ ਕੈਰੀਜ਼ ਵਿਦ ਅ ਟਰਨਓਵਰ ਆਫ ਅਬਾਊਟ 175 ਮਿਲੀਅਨ। ਸੋ ਹੁਣ ਇਹ ਬਿਜ਼ਨਸ ਜਿਹੜਾ ਹੈਗਾ ਉਹ ਮੇਰੀ ਫੈਮਿਲੀ ਕੋਲ ਹੈਗਾ, ਮੇਰਾ ਬੇਟਾ ਚਲਾਉਂਦਾ ਤੇ ਮੈਂ ਚਲਾਉਂਦਾ ਤੇ ਇੱਥੇ ਹੁਣ 200 ਆਦਮੀ ਕੰਮ ਕਰਦੇ। ਤੁਸੀਂ ਕਹਿ ਰਹੇ ਸੀ 1968 ਵਿੱਚ ਜਦੋਂ ਤੁਸੀਂ ਇੰਗਲੈਂਡ ਵਿੱਚ ਆਏ ਸੀਗੇ ਤੇ 1972 ਵਿੱਚ ਤੁਸੀਂ ਆਪਣਾ ਬਿਜ਼ਨਸ ਸਟੈਬਲਿਸ਼ ਕੀਤਾ। I came in 1968 ਜੀ। ਮੈਂ 16 ਸਾਲ ਦਾ ਸੀ ਜੀ ਤੇ ਇੱਥੇ ਫਿਰ ਆ ਕੇ ਪੜ੍ਹਾਈ ਕੀਤੀ ਸੀ ਤੇ ਫਿਰ ਮੇਰੇ ਹੌਲੀ ਹੌਲੀ ਕਰਕੇ ਸਾਰੇ 5 ਬ੍ਰਦਰਸ ਕੇ ਜੀ। 3 ਅਸੀਂ ਪਹਿਲੇ ਸੀਗੇ ਜੀ ਤੇ ਫਿਰ 2 more joined and rest of the family and then my mother also came after my father's death in 1972 ਤੇ whole family came by 1972. So in 1972 from small business we started this wholesale business. ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਅਸੀਂ ਫੂਡ ਦਾ ਕੰਮ ਕੀਤਾ ਤੇ ਹੌਲੀ ਹੌਲੀ ਐਕਸਪੈਂਡ ਕਰਨਾ ਸ਼ੁਰੂ ਕੀਤਾ। ਸ਼ੁਰੂ ਤੋਂ ਸਾਡਾ ਜਿਹੜਾ 5 ਬ੍ਰਦਰਸ ਦਾ ਡ੍ਰੀਮ ਸੀਗਾ ਕਿ we wanted to produce something really good, it should be exceptional ਜੀ। ਕੁਝ ਵੀ ਕੰਮ ਕਰੀਏ ਐਕਸੈਪਸ਼ਨਲ ਹੋਣਾ ਚਾਹੀਦਾ ਔਰ ਸਾਡਾ ਮੇਨ ਟਾਰਗੇਟ ਕਦੀ ਵੀ ਮਨੀ ਨਹੀਂ ਰਿਹਾ। ਸਾਡਾ ਟਾਰਗੇਟ ਪਹਿਲੇ ਬਈ ਪਬਲਿਕ ਨੂੰ ਅਸੀਂ ਸਭ ਤੋਂ ਪਿਓਰ ਐਂਡ ਬੈਸਟ ਚੀਜ਼ ਦੇਣੀ ਹੈ। ਦੈਟ ਇਜ਼ ਦੀ ਟਾਰਗੇਟ ਔਰ ਰਿਜ਼ਲਟ ਜਿਹੜਾ ਹੁੰਦਾ ਉਹ ਆਪਣੇ ਆਪ ਫੋਲੋ ਕਰਦਾ ਹੈ। ਮਗਰ ਉਹਦੇ ਅਸੀਂ ਕਦੀ ਇੱਛਾ ਨਹੀਂ ਕੀਤੀ ਵੀ ਕੀ ਰਿਜ਼ਲਟ ਆਏਗਾ, ਮਗਰ ਕਰਮ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਤੇ ਵੀ ਵਰ ਦ ਫਸਟ ਪੀਪਲ ਐਵਰ in 1985 ਜੀ we put more plant in Birmingham ਜੀ। ਤਾਂ ਉਸ ਤੋਂ ਬਾਅਦ ਅਸੀਂ ਮੇਰੇ ਕੋਲ ਈਅਰ 1999 ਵਿੱਚ ਅਸੀਂ ਫੈਕਟਰੀ ਨਵੀਂ ਬਣਾਈ ਸੀ ਜਿਹੜੀ ਕਿ ਉਸ ਟਾਈਮ ਦੇ ਤੇ ਸੀ 140,000 ਸਕੁਅਰ ਫੀਟ ਤੇ ਉਸ ਨੂੰ ਫਿਰ ਅਸੀਂ ਐਕਸਟੈਂਡ ਕੀਤਾ ਟੂ ਟੇਕ ਇਟ ਟੂ 240,000 ਸਕੁਅਰ ਫੀਟ ਜਿੱਥੇ ਅਸੀਂ ਰਾਈਸ ਮਿਲ ਲਗਾਈ, ਸਾਰਾ ਮਿਲਿੰਗ ਪਲਾਂਟ ਸੀ। we spent about 5 million pounds just on plant ਜਿੰਦੇ ਵਿੱਚ ਮਤਲਬ ਕਿ ਪਲਾਂਟ ਵਿੱਚ ਤੁਸੀਂ ਇੱਥੇ ਆਪ ਪਲਾਂਟ ਕਰਦੇ ਹੋ ਦਾਲਾਂ ਉਗਾਉਂਦੇ ਹੋ ਜਾਂ ਨਹੀਂ? ਉਗਾਉਣ ਦੀ ਨਹੀਂ ਜੀ, ਪ੍ਰੋਸੈਸਿੰਗ ਦੀ ਜਿੰਨਾ ਮਸਾਲਾ ਸੀਗਾ ਇੱਥੇ ਯੂਕੇ ਪੀਸਦੇ ਸੀ। ਠੀਕ ਹੈ। ਆਟਾ ਸਾਰਾ ਫਿਰ ਆਟੇ ਦਾ ਪਲਾਂਟ ਅਸੀਂ ਬਾਅਦ ਲਗਾਇਆ ਸੀ। ਆਟਾ ਸਾਡਾ ਬਹੁਤ ਸਕਸੈਸ ਹੋਇਆ ਜੀ। ਗੋਲਡ ਵੀਟ ਜੀ। ਫਿਰ ਇਹ ਜਿਹੜੀ ਲਾਈਕ ਯੂ نو ਵੀ ਟੁਕ ਦਿਸ ਬਿਜ਼ਨਸ ਟੂ ਅਰਾਊਂਡ 220 ਮਿਲੀਅਨ ਪਾਉਂਡ। ਉਦੋਂ 400 ਆਦਮੀ ਸਾਡੇ ਇੱਥੇ ਕੰਮ ਕਰਦਾ ਸੀ ਜੀ। ਤੇ ਫਿਰ 2019 ਦੇ ਵਿੱਚ ਨਾ we sold this business to a private equity. ਠੀਕ ਹੈ ਜੀ। ਐਂਡ ਅਸੀਂ ਸਾਈਮਲਟੇਨੀਅਸਲੀ ਕਿਉਂਕਿ ਹੁਣ ਬਾਕੀ ਦੇ ਬ੍ਰਦਰ ਜਿਹੜੇ ਸੀ ਤਕਰੀਬਨ ਇੱਕ ਦੀ ਡੈਥ ਹੋ ਚੁੱਕੀ ਸੀ, ਬਾਕੀ ਰਿਟਾਇਰ ਹੋਣਾ ਚਾਹੁੰਦੇ ਸੀ ਜੀ। ਸੋ ਆਈ ਟੁਕ ਓਵਰ ਦੀ 2 ਕੈਸ਼ ਐਂਡ ਕੈਰੀ ਬਿਜ਼ਨਸ ਜਿੰਦੀ ਕਿ ਐਗਜ਼ਿਸਟਿੰਗ ਸੇਲ ਫਿਗਰਸ ਆਰ ਅਰਾਊਂਡ 175 ਮਿਲੀਅਨ। ਅਸੀਂ 200 ਬੰਦਾ ਨੀਅਰਲੀ ਇੰਪਲੋਏ ਕਰਦੇ। ਠੀਕ ਹੈ। ਸੋ ਇਟਸ ਅ ਵੈਰੀ ਸਕਸੈਸਫੁਲ ਬਿਜ਼ਨਸ। ਮਤਲਬ ਕਿ ਤੁਸੀਂ 5 ਭਰਾ ਸੀ ਤੇ ਇਕੱਠਿਆਂ ਨੇ ਇੱਕ ਬਿਜ਼ਨਸ ਨੂੰ ਤੁਸੀਂ ਇਕੱਠਿਆਂ ਨੇ ਸਾਰਿਆਂ ਨੇ। ਹਾਂ, ਫਿਰ ਵਿੱਚੋਂ ਦੀ 2019 ਜਦੋਂ ਬਿਜ਼ਨਸ ਵੇਚਿਆ ਨਾ ਕਿਉਂਕਿ ਕਾਫੀ 2 ਬ੍ਰਦਰ ਰਿਟਾਇਰ ਹੋਣਾ ਚਾਹੁੰਦੇ ਸੀ, ਇੱਕ ਦੀ ਡੈਥ ਹੋ ਗਈ ਸੀਗੀ ਤੇ 2 ਦੀ ਅਕੀਲੀ ਡੈਥ ਹੋ ਗਈ। ਸੋ ਮੋਰ ਲੈਸ ਆਈ ਵਾਸ ਦ ਓਨਲੀ ਵਨ who was remaining to run the business. ਇਹ ਫਿਰ ਮੈਂ ਟੇਕ ਓਵਰ ਕਰ ਲਿਆ ਸੀ। ਮੇਰੇ ਬੇਟਾ ਜੇਸਨ ਮੋਰਾ ਹੈ ਜੀ ਤੇ ਆਪਣਾ ਦੂਸਰਾ ਬੇਟਾ, ਅਸੀਂ ਤਿੰਨੋਂ ਜਣੇ including my daughter-in-law we are running this business. ਠੀਕ ਹੈ ਜੀ। ਤੇ ਜਿੱਥੇ ਇੱਕ ਗੱਲ ਇੱਥੇ ਹਮੇਸ਼ਾ ਹੁੰਦੀ ਜਦੋਂ ਅਸੀਂ ਲੋਕਾਂ ਨੂੰ ਬਾਹਰ ਦੇਖਦੇ ਹਾਂ, ਵੱਡੇ ਵੱਡੇ ਬਿਜ਼ਨਸਮੈਨ ਵੀ ਹੁੰਦੇ ਨੇ ਪਰ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਹੁੰਦੀ। ਜਦੋਂ ਪੁੱਛਦੇ ਹਾਂ ਤਾਂ ਉਹ ਕਹਿੰਦੇ ਨੇ ਜਦੋਂ ਅਸੀਂ ਇੰਗਲੈਂਡ ਵਿੱਚ ਆਏ ਸੀ ਇੱਥੇ ਕੰਮ ਕਰਨਾ ਪਿਆ, ਡਿਫੀਕਲਟੀ ਸੀ, ਇਸ ਕਰਕੇ ਅਸੀਂ ਕੇਸਾਂ ਦਾ ਪਤਿਤ ਕਰ ਦਿੱਤਾ। ਤੇ ਜਿਵੇਂ ਤੁਸੀਂ 1968 ਤੇ ਇੱਥੇ ਆਏ ਹੋ, ਤੁਸੀਂ ਆਪਣਾ ਬਿਜ਼ਨਸ ਸਟੈਬਲਿਸ਼ ਕੀਤਾ, ਇੰਨੇ ਵੱਡੇ ਉੱਚੇ ਪੱਧਰ ਤੇ ਬਿਜ਼ਨਸ ਕਰਦੇ ਪਏ ਹੋ, ਅੱਛੀ
ਖਾਸੀਅਤ ਹੈ, ਕਾਫੀ ਵਧੀਆ ਤੁਹਾਡੀ ਰੈਪੂਟੇਸ਼ਨ ਹੈਗੀ ਹੈ, ਇੱਜ਼ਤ ਹੈਗੀ ਹੈ, ਤੇ ਤੁਸੀਂ ਕੇਸਾਂ ਤਾਂ ਕੀ ਤੁਹਾਨੂੰ ਉਸ ਸਮੇਂ 'ਚ ਕੋਈ ਇਹੋ ਜਿਹੀਆਂ ਪ੍ਰੋਬਲਮਾਂ ਦਿੱਕਤਾਂ ਫੇਸ ਹੋਣੀ ਕਰਨੀਆਂ ਪਈਆਂ ਸਾਨੂੰ ਨਹੀਂ, ਸਮੇਂ ਸਾਨੂੰ ਵੈਸੇ ਪਾਰਟਿਕੂਲਰਲੀ ਬਿਕੋਜ਼ ਅਸੀਂ ਆਪਣਾ ਬਿਜ਼ਨਸ ਕਰ ਰਹੇ ਸੀ ਜੀ ਸੋ ਨੌਕਰੀ ਦੀ ਤਾਂ ਕੋਈ ਨਹੀਂ ਸਮੱਸਿਆ ਨਹੀਂ ਸੀਗੀ ਜੀ ਸੋ ਉਹ ਉੱਥੇ ਸਾਡਾ ਇੱਕ ਮਤਲਬ ਐਡਵਾਂਟੇਜਸ ਬਾਕੀ ਆਈ ਥਿੰਕ ਕਿ ਕੀ ਹੁੰਦਾ ਕਿ ਇਹ ਵੀ ਜਦੋਂ ਲੋਕ ਨੌਕਰੀ ਢੂੰਡਣ ਜਾਂਦੇ ਸੀ ਤੇ ਵਾਕਈ ਉਹਨਾਂ ਨੂੰ ਬਹੁਤ ਡਿਫਿਕਲਟੀ ਹੁੰਦੀ ਸੀ, ਇਹਦੇ ਕੋਈ ਸ਼ੱਕ ਨਹੀਂ। ਮਗਰ ਬਿਕੋਜ਼ ਅਸੀਂ ਨੌਕਰੀ ਕਦੀ ਕੀਤੀ ਨਹੀਂ, ਸੋ ਆਬਵੀਅਸਲੀ ਵੀ ਡਿਡ ਨਾਟ ਆਈਡੈਂਟੀਟੀ ਫੇਸ ਦੋਸ ਪ੍ਰੋਬਲਮਸ। ਮਗਰ ਇਨ 1970s ਟ੍ਰੈਜਡੀਜ਼ ਬਹੁਤ ਸੀਗਾ ਜੀ, ਸਿੱਖਾਂ ਦੇ ਖਿਲਾਫ ਕਿ ਸਾਰੇ की ब्राउन स्किन देख लेते सिखा तो ऐसा सोचते ही पता नहीं कौन आ गया तो बिकॉज तुहानू पता है वैसे तो अंग्रेजों नाल साडा बहुत पुराना रिश्ता है क्योंकि उत्थे मगर हुण जिवें जिवें जनरेशन नवीं आई है तो उन्हां वास्ते थोड़ा जिहा बड़ा अजीब लगता है भी पगड़ी बन के बंदा पहुंच जाता जी जी बट नाउ तो हुण तो साडे सिखां दी तो बहुत ज़्यादा all over the world, even Queen Harmandir Sahib गई है and so on. So we are very well known and very respected people now. जिस तरह मेरा बेटा वो IUD का तुहानू पता चेयरमैन रह चुका है, एस्टन यूनिवर्सिटी का कंसल्टेंट है, सारे 4 हॉस्पिटल्स का चीफ एग्जीक्यूटिव है, जिवें क्वीन एलिजाबेथ एंड हार्टलैंड एंड सो ऑन. And he is also advisory board the library, Birmingham Library, and he is IAB da bhi chairman hai, Birmingham Chamber of Commerce hai. So साडे सिखां दी बड़ी इज्जत है. He's got first hand more or less I was on advisory with the government ਜਦੋਂ अपना डेविड कैमरन दी गवर्नमेंट है किसी की उस टाइम देते भी. So we had been a very respected company. और उनकी मतलब मेन साडा फिलॉसफी हैड बीन कि प्रोडक्ट बहुत अच्छा बनाओ, यू कांट फूल हाउसवाइफ एंड वी वांटेड टू गिव हाउसवाइफ समथिंग दैट शी कैन कॉन्फिडेंटली कुक विद द कंसिस्टेंट क्वालिटी. बाकी तो पता है कंपनी फिर बहुत तरक्की की थी उन्होंने, मतलब वी बिकेम वन ऑफ द हाईएस्ट अर्निंग कंपनी इन द कंट्री. मगर साडी कोई ऐसी इच्छा नहीं गई भी असी because we were not अपना कर्म करते गए तेरे दाते ने रिजल्ट फल अपने आप ही ਤੁਹਾਨੂੰ ਦੇਤਾ. मैं बचपन से ਤੁਹਾਨੂੰ पता है भगवत गीता पढ़दा ਹੁੰਦਾ ਸੀ, ਹਾਂਜੀ ਛੋਟਾ ਹੁੰਦਾ ਠੀਕ ਹੈ, ਤੇ ਉਹਦੇ ਵਿੱਚ ਪਹਿਲਾ ਲੈਸਨ ਲਾਰਡ ਕ੍ਰਿਸ਼ਨਾ ਦਾ ਹੈ ਕਿ कर्मण्यवाधिकार रस्ते माँ फलेश कदाचन माँ कर्म फल हेतु माते संगोस भी कर्मणि. कि ਇਹਦਾ ਮਤਲਬ ਕਿ ਵੀ ਕਰਮ ਜਦੋਂ ਤੁਸੀਂ ਕਰ ਰਹੇ ਹੋ ਜੀ ਤੇ ਕਰਮ ਦੇ ਵਿੱਚ ਕਦੀ ਵੀ ਤੁਸੀਂ ਰਿਜ਼ਲਟ ਦਾ ਧਿਆਨ ਨਾ ਦਿਓ ਕਿਉਂਕਿ ਰਿਜ਼ਲਟ ਰੱਬ ਦੇ ਹੱਥ ਵਿੱਚ ਹੈ. ਤੁਹਾਡਾ ਕਰਮ ਜਿਹੜਾ ਉਹ ਡਿਸਟਰਬ ਹੋ ਜਾਏਗਾ ਜੇ ਤੁਸੀਂ ਆਪਾਂ ਫਲ ਵੱਲ ਧਿਆਨ ਜ਼ਿਆਦਾ ਦੇਵਾਂਗੇ ਤੇ ਫਿਰ ਉਹ ਕਰਮ ਸਾਡੇ ਕੋਲੋਂ ਹੱਥੋਂ ਨਿਕਲ ਜਾਏਗਾ. ਸੋ ਬਿਲਕੁਲ ਸਹੀ ਗੱਲ ਕਰਦੇ ਨੇ ਕਿ ਜਦੋਂ ਵੀ ਕੁਝ ਕੰਮ ਕਰਨਾ ਆਪਣੇ ਕਰਮਾਂ ਵੱਲ ਦੇਖੋ, ਜੋ ਕਰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਫੋਕਸ ਕਰੋ, ਧਿਆਨ ਦਿਓ, ਫਲ ਦੀ ਇੱਛਾ ਨਹੀਂ ਰੱਖੋ, ਫਲ ਤਾਂ ਫਿਰ ਕੁਦਰਤ ਨੇ ਆਪਣੇ ਆਪ ਹੀ ਦੇ ਦੇਣਾ ਹੈ. ਜੇ ਜਿੱਥੇ ਤੁਹਾਡੀ ਮਤਲਬ ਚਾਹਤ ਹੁੰਦੀ ਹੈ ਅੰਦਰ ਕੁਝ ਕਰਨੇ ਦੀ ਮਨ, ਤੇ ਫਿਰ ਕਾਇਨਾਤ ਜਿਹੜੀ ਹੈ ਫਿਰ ਜਦੋਂ ਤੁਹਾਡੇ ਕਰਮ ਦੇਖਦੀ ਹੈ ਨਾ ਫਿਰ ਉੱਥੇ ਟੁੱਟ ਪੈਂਦੀ, ਔਖੇ ਰਾਹ ਸੌਖੇ ਬਣ ਜਾਂਦੇ ਨੇ. ਤੇ ਜਿਹੜੀ ਭਾਈ ਸਾਹਿਬ ਦੀ ਇੱਕ ਬੜੀ ਵਧੀਆ ਗੱਲ ਰੱਖੀ ਕਿ 5 ਭਰਾ ਸਨ ਇਕੱਠੇ, ਤੇ 5 ਨੇ ਇਕੱਠੇ ਬਿਜ਼ਨਸ ਸ਼ੁਰੂ ਕੀਤਾ, ਜਿਹੜੀ ਜਿਨ੍ਹਾਂ ਦੀ ਖੂਬੀ ਸੀਗੀ ਅਕੋਰਡਿੰਗ ਟੂ ਦੈਟ. ਹਾਂਜੀ ਉਸ ਹਿਸਾਬ ਨਾਲ ਫਿਰ ਅਸੀਂ ਕੰਮ ਕੀਤਾ ਕਿਉਂਕਿ ਕੋਈ ਬੰਦਾ ਫਾਈਨੈਂਸ ਵਿੱਚ ਠੀਕ ਹੈਗਾ ਸੀ, ਕੋਈ ਨੈਗੋਸੀਏਸ਼ਨਸ ਵਿੱਚ ਬੜਾ ਅੱਛਾ ਸੀ. ਮਾਈ ਕੁਆਲਿਟੀਜ਼ ਵਰ ਇਨਟੂ ਸੇਲਸ ਐਂਡ ਮਾਰਕੀਟਿੰਗ ਜੀ, ਤੇ ਫਿਰ ਮੈਂ ਮਾਰਕੀਟਿੰਗ ਸੇਲਸ ਦੇ ਵਿੱਚ ਡਿਜ਼ਾਈਨਿੰਗ ਆਫ ਦੀ ਪ੍ਰੋਡਕਟ and so on. So I would see a product through housewife's eyes. कि वो की चाहती, how would she look if my wife was buying, what would she like to see on the shelf? So ਅਸੀਂ ਫਿਰ mainly ਸਾਡੀ ਕੋਸ਼ਿਸ਼ ਹੈ ਕਿ ਵੀ it should be see through, product ਅੱਛਾ ਹੋਏ, beautiful quality ਹੋਵੇ. So quality maintenance ਆਪਣੇ suppliers ਨਾਲ ਅਸੀਂ maintenance ਕਰਕੇ ਕਰ ਸਕੇ ਕਿਉਂਕਿ we were grinding everything in this country and cleaning it here. ਪਹਿਲੇ ਕਲੀਨ ਕਰਕੇ ਫਿਰ ਗ੍ਰਾਈਂਡ ਕਰਦੇ ਸੀ ਸਾਰੇ ਮਸਾਲੇ, ਸਾਰੀ ਦਾਲਾਂ ਜਿੰਨੀਆਂ ਵੀ ਬਣਾਉਂਦੇ ਸੀ ਉਹਨਾਂ ਨੂੰ ਅਸੀਂ ਮੇਕ ਸ਼ੋਰ ਕਰਦੇ ਸੀ ਕਿ ਹਾਈਐਸਟ ਗ੍ਰੇਡ ਹੋਵੇ, ਉਹਨਾਂ ਨੂੰ ਪਿਊਰੀਫਿਕੇਸ਼ਨ ਇੱਥੇ ਹੋਵੇ. ਜੀ ਬਿਲਕੁਲ ਜੀ, ਅਸੀਂ ਗੱਲ ਕਰ ਰਹੇ ਹਾਂ ਸਰਦਾਰ ਜਸਬੀਰ ਸਿੰਘ ਜੀ ਵੋਹਰਾ, ਜੋ ਕਿ ਇੰਗਲੈਂਡ ਦੇ ਵਿੱਚ ਇੱਕ ਜਾਣੀ ਮਾਣੀ ਹਸਤੀ ਨੇ. ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ. ਬਰਮਿੰਗਮ ਦੇ ਵਿੱਚ ਇਹਨਾਂ ਦਾ ਆਪਣਾ ਬਿਜ਼ਨਸ ਐਸਟੈਬਲਿਸ਼ ਕੀਤਾ ਹੋਇਆ ਹੈ
ਈਸਟ ਐਂਡ ਹੋਲਸੇਲਰ, ਇਹਨਾਂ ਦੀ ਆਪਣਾ ਹੈਗਾ ਹੋਲਸੇਲ ਦਾ ਕੰਮ ਹੈਗਾ ਈਸਟ ਐਂਡ, ਜਿੱਥੇ ਦਾਲਾਂ, ਰਾਸ਼ਨ ਪਾਣੀ ਤੇ ਹੋਰ ਬਹੁਤ ਬੇਅੰਤ ਕੁਝ ਮਿਲਦਾ। ਤੇ ਇਹ ਦੱਸਦੇ ਪਏ ਸਨ ਕਿ ਇਹਨਾਂ ਦੀ ਇੱਥੇ ਆਪਣੇ ਪਲਾਂਟ ਹੈਗੇ ਨੇ ਤੇ ਇਹ ਆਪ ਹੀ ਇੱਥੇ ਇਹਨਾਂ ਦੇ ਕੋਲ ਮਿਲਸ ਹੈਗੇ ਨੇ ਜਿਹਦੇ ਵਿੱਚ ਇਹ ਮਸਾਲੇ ਆਪ ਪੀਂਦੇ ਨੇ, ਆਪ ਇਹਨਾਂ ਨੂੰ ਪੀਸਦੇ ਨੇ ਮਸਾਲੇ ਪੀ ਕੇ ਤੇ ਫਿਰ ਉਹਨਾਂ ਨੂੰ ਪੈਕਟਾਂ ਦੇ ਵਿੱਚ ਪਾ ਕੇ ਪੂਰੀ ਤਰੀਕੇ ਨਾਲ ਪੂਰੀ ਸਫਾਈ ਦਾ ਵੀ ਧਿਆਨ ਰੱਖਦੇ ਨੇ ਤੇ ਪੂਰੀ ਕੁਆਲਿਟੀ ਦਾ ਵੀ ਧਿਆਨ ਰੱਖਦੇ ਨੇ ਤੇ ਉਹ ਇਹ ਸਾਰਾ ਇੱਥੇ ਸੰਭਾਲ ਕਰਦੇ ਨੇ ਜਸਵੀਰ ਸਿੰਘ ਵਹੂਰਾ ਜੀ। ਸੋ ਮੈਂ ਗੱਲ ਕਰਾਂ ਜਸਵੀਰ ਸਿੰਘ ਜੀ ਵਹੂਰਾ, ਇਹ ਬਹੁਤ ਵਧੀਆ ਸਿੰਗਰ ਵੀ ਹੈਗੇ ਨੇ। ਆਪਾਂ ਇਹਨਾਂ ਦੇ ਕੁਝ ਗੀਤ ਵੀ ਸੁਣਨੇ ਆ। ਸੋ ਮੇਰੇ ਪਿਆਰੇ ਦਰਸ਼ਕੋ, ਚਾਹਵਾਨੋ, ਪੰਜਾਬੀ ਵਿਰਾਸਤ ਨੂੰ ਪਿਆਰ ਕਰਨ ਵਾਲਿਓ, ਸੋ ਤੁਸੀਂ ਵੀ ਪੰਜਾਬੀ ਵਿਰਾਸਤ ਦੇਖਦੇ ਰਹਿਣਾ। ਜਸਵੀਰ ਸਿੰਘ ਜੀ ਦੀ ਇੰਟਰਵਿਊ ਜ਼ਰੂਰ ਦੇਖਣਾ, ਕਮੈਂਟ ਕਰਨਾ ਕਿ ਇੰਗਲੈਂਡ ਦੇ ਵਿੱਚ ਸਾਬਤ ਸੂਰਤ ਰਹਿ ਕੇ ਵੀ, ਮੁਸ਼ਕਲਾਂ ਦਾ ਸਾਹਮਣਾ ਕਰਕੇ ਵੀ, ਜੇ ਅੰਦਰ ਪ੍ਰਤੀਤ ਹੈ ਸਤਿਗੁਰ ਤੇ ਪ੍ਰਥਾ ਹੈ ਤੇ ਜੇ ਆਪਣੇ ਤੇ ਭਰੋਸਾ ਹੈ ਤਾਂ ਬਹੁਤ ਵਧੀਆ ਬਿਜ਼ਨਸ ਸਥਾਪਿਤ ਕੀਤਾ ਜਾ ਸਕਦਾ ਤੇ ਬਹੁਤ ਹੀ ਮਾਣ ਸਨਮਾਨ ਹਰ ਪੱਖੋਂ ਪ੍ਰਾਪਤ ਕੀਤਾ ਜਾ ਸਕਦਾ ਹੈਗਾ। ਸੋ ਜਿਸ ਦੇ ਵਿੱਚੋਂ ਇਹ ਸਾਡੇ ਇੱਕ ਖਾਸ ਸ਼ਖਸੀਅਤ ਇੰਗਲੈਂਡ ਦੀ ਰਹਿਣ ਵਾਲੀ ਸਰਦਾਰ ਜਸਵੀਰ ਸਿੰਘ ਵਹੂਰਾ ਸਾਂ, ਇਹਨਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਵਾਈਏ। ਆਪ ਜੀ ਵੀ ਇਸ ਮੁਕਾਮ ਤੱਕ ਪਹੁੰਚ ਸਕਦੇ ਹੋ, ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ, ਕਿਸੇ ਵੀ ਏਜ ਵਿੱਚ ਐਜੂਕੇਟਡ ਹੋ ਸਕਦੇ ਹੋ, ਪੜ੍ਹ ਸਕਦੇ ਹੋ ਤੁਸੀਂ। ਸੋ ਇੰਨਾ ਜ਼ਰੂਰ ਤੁਹਾਨੂੰ ਕਹਾਂਗੀ ਕਿ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਜ਼ਰੂਰ ਕਰਨਾ। ਜਿਵੇਂ ਜਿਵੇਂ ਬਜ਼ੁਰਗ ਗੱਲਾਂ ਕਰਦੇ ਨੇ ਉਹਨਾਂ ਦੀ ਗੱਲਾਂ ਨੂੰ ਥੋੜ੍ਹੇ ਧਿਆਨ ਨਾਲ ਗੌਰ ਨਾਲ ਸੁਣਨਾ ਹੈਗਾ ਤਾਂ ਕਿ ਸਾਡਾ ਵੀ ਜੀਵਨ ਬਹੁਤ ਵਧੀਆ ਬਣ ਸਕੇ। ਸੋ ਮੇਰੇ ਪਿਆਰੇ ਦਰਸ਼ਕੋ, ਮੈਂ ਫਿਰ ਇੱਕ ਵਾਰੀ ਕਹਾਂਗੀ ਤੁਸੀਂ ਪੰਜਾਬੀ ਵਿਰਾਸਤ ਦੇਖਦੇ ਰਹਿਣਾ। ਆਪਣਾ ਪਿਆਰ, ਸਨੇਹ ਅਤੇ ਕਮੈਂਟ ਜ਼ਰੂਰ ਕਰਨਾ ਤੇ ਦੱਸਣਾ ਜੀ ਕਿ ਅਸੀਂ ਪ੍ਰੋਗਰਾਮ ਇੱਥੇ ਹੋਰ ਕਿਵੇਂ ਵਧੀਆ ਤੇ ਸੋਹਣਾ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਹਾਂ। ਦੇਖਦੇ ਰਹਿਣਾ। ਸਾਡੇ ਪਾਸੋਂ ਕੁਝ ਗਲਤੀਆਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ। ਮੈਂ ਧੰਨਵਾਦ ਕਰਦੀ ਹਾਂ ਇੱਕ ਵਾਰੀ ਫਿਰ ਸਰਦਾਰ ਜਸਵੀਰ ਸਿੰਘ ਵਹੂਰਾ ਜੀ ਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਪੰਜਾਬੀ ਵਿਰਾਸਤ ਨੂੰ ਦਿੱਤਾ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸੋ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਮਹਿਮਾਨ ਦੇ ਨਾਲ, ਅਗਲੀ ਸ਼ਖਸੀਅਤ ਦੇ ਨਾਲ ਜੋ ਇੰਗਲੈਂਡ ਤੋਂ, ਬਰਮਿੰਗਮ ਤੋਂ, ਗਲਾਸਗੋ, ਜਿੱਥੋਂ ਮਰਜੀ ਲੱਭ ਕੇ ਲਿਆਵਾਂਗੀ ਐਸੀਆਂ ਰੂਹਾਂ ਤੇ ਮਿਲਾਵਾਂਗੇ ਤੁਹਾਡੇ ਨਾਲ। ਦੇਖਦੇ ਰਹਿਣਾ ਪੰਜਾਬੀ ਵਿਰਾਸਤ USA ਚੈਨਲ। ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਪਿਆਰ ਆਪਣਾ ਦੇਣਾ। ਮਿਲਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।